ਸਤਿ ਸ਼੍ਰੀ ਅਕਾਲ ਦੋਸਤੋ, ਦਾ ਸਪੋਕਸ ਪੰਜਾਬ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ। ਦੋਸਤੋ, ਪਿਛਲੇ ਦਿਨੀ ਸ਼ੰਭੂ ਏਰੀਏ ਦੇ ਵਿੱਚੋਂ ਸ਼ਰਾਬ ਦੀ ਚੱਲਦੀ ਇੱਕ ਨਜਾਇਜ਼ ਫੈਕਟਰੀ ਫੜੀ ਗਈ ਹੈ, ਜਿਹਦੇ ਤੇ ਦੋਸ਼ ਪਾਏ ਜਾ ਰਹੇ ਨੇ ਕਿ ਉਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੁਝ ਲੋਕ ਨੇ। ਦੂਜੇ ਪਾਸੇ ਹਲਕਾ ਵਿਧਾਇਕ ਦਾ ਕਹਿਣਾ ਹੈ ਕਿ ਅਕਾਲੀ ਦਲ ਵੱਲੋਂ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ, ਉਹਨਾਂ ਨੂੰ ਫਸਾਇਆ ਜਾ ਰਿਹਾ ਹੈ। ਇਸ ਸੰਬੰਧ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਜੀ ਨਾਲ। ਤੁਹਾਡਾ ਸਵਾਗਤ ਹੈ ਬੀਬੀ। ਗੱਲ ਘਨੌਰ ਦੇ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵਿਧਾਇਕ ਦਾ ਕਹਿਣਾ ਹੈ ਕਿ ਇਹ ਜੋ ਕੋਲਡ ਸਟੋਰ ਹੈ ਇਹ ਤਾਂ ਬੀਜੇਪੀ ਦਾ ਕੋਲਡ ਸਟੋਰ ਹੈ ਤੇ ਸਾਨੂੰ ਨਜਾਇਜ਼ ਫਸਾਇਆ ਜਾ ਰਿਹਾ ਹੈ ਇਸ ਦੇ ਵਿੱਚ। ਜਿਸ ਇਹ ਕੋਲਡ ਸਟੋਰ ਬੀਜੇਪੀ ਹੋਣ ਦੇ ਨਾਤੇ ਤੇ ਐਕਸਾਈਜ਼ ਮਹਿਕਮਾ ਤੇ ਅਕਾਲੀ ਦਲ ਸਾਨੂੰ ਬਦਨਾਮ ਕਰ ਰਿਹਾ ਹੈ ਤੇ ਸਾਨੂੰ ਫਸਾਉਣ ਦੀ ਸਾਜ਼ਿਸ਼ ਹੈ। ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ, ਜਿਹੜਾ ਇਹ ਕਹਿ ਰਿਹਾ ਹੈ ਵੀ ਜਿਹੜਾ ਕੋਲਡ ਸਟੋਰ ਹੈ ਬੀਜੇਪੀ ਦਾ, ਇਹ ਸ਼ਰੇਆਮ ਝੂਠ ਬੋਲ ਰਿਹਾ ਹੈ। ਜਿਹੜਾ ਇਹ ਕੋਲਡ ਸਟੋਰ ਦਾ ਮਾਲਕ ਹੈ ਪਿੰਡ ਗੰਡਿਆਂ ਦਾ ਵਿਜੇ ਸਿੰਘ ਹੈ ਔਰ ਕਾਂਗਰਸੀ ਬੰਦਾ ਹੈ, ਪਿਛੋਕੜ ਵੀ ਉਹਦਾ ਕਾਂਗਰਸ ਨਾਲ ਹੈ। ਔਰ ਅੱਜ ਕੱਲ੍ਹ ਉਹ ਜਿਹੜਾ ਬੰਦਾ ਹੈ ਰਾਜਪੁਰੇ ਕਿਸੇ ਕਲੋਨੀ ਵਿੱਚ ਰਹਿ ਰਿਹਾ ਹੈ। ਇਹ ਝੂਠ ਬੋਲਦੇ ਨੇ ਕਿ ਬੀਜੇਪੀ ਦਾ ਜਾਂ ਅਕਾਲੀ ਦਲ ਦਾ। ਇਹ ਜਿਹੜਾ ਕੋਲਡ ਸਟੋਰ ਸੀ, ਇਹਨਾਂ ਸਾਰਿਆਂ ਨੇ ਅਮਰੀਕ ਸਿੰਘ ਨੇ ਔਰ ਹਰਪ੍ਰੀਤ ਸਿੰਘ ਨੇ ਤੇ ਜਿਹੜਾ ਆੜਤੀ ਹੈ ਉਹਨੇ ਤੇ ਇੱਕ ਸੀਤਾਪੁਰ ਦਾ ਬੰਦਾ ਹੈ, ਇਹਨਾਂ ਚਾਰਾਂ ਨੇ ਅੱਜ ਤੋਂ 1.5-2 ਸਾਲ ਪਹਿਲਾਂ ਇਹਨਾਂ ਤੋਂ ਕਿਰਾਏ 'ਤੇ ਲਿਆ ਸੀ। ਪਰ ਜਦੋਂ ਬੰਦਾ ਕਿਰਾਏ 'ਤੇ ਕੋਈ ਚੀਜ਼ ਦੇ ਦਿੰਦਾ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇੱਥੇ ਕੀ ਕੰਮ ਕਰਨਾ ਹੈ। ਪਰ ਇੱਥੇ ਜਿਹੜਾ ਨਜਾਇਜ਼ ਸ਼ਰਾਬ ਦੀ ਫੈਕਟਰੀ ਬਣਾਈ ਆ ਉਹ ਇਹਨਾਂ ਨੇ, ਇਹ 4 ਬੰਦੇ ਹੀ ਨਹੀਂ ਹੈਗੇ, ਇਹ ਪੂਰਾ ਗਰੋਹ ਹੈ। ਇਹਦੇ ਉੱਤੇ ਮੈਂ ਬਿਲਕੁਲ ਤੁਹਾਨੂੰ ਸੱਚੇ ਮਨ ਨਾਲ ਕਹਿਨੀ ਆ ਕਿ MLA ਸਾਹਿਬ ਦਾ ਪੂਰਾ ਹੱਥ ਹੈ, ਇਸ MLA ਦਾ। ਕਿਉਂਕਿ ਇਸ MLA ਨੇ ਜਿੰਨੀ ਹਨੇਰਗਰਦੀ ਹਲਕਾ ਘਨੌਰ ਵਿੱਚ ਮਚਾਈ ਪਈ ਹੈ, ਮੈਨੂੰ ਲੱਗਦਾ ਕਿਸੇ ਵੀ MLA ਨੇ ਇੰਨੀ ਹਨੇਰਗਰਦੀ ਨਹੀਂ ਕੀਤੀ ਹੋਣੀ। ਕਿਉਂਕਿ ਸ਼ੁਰੂ ਤੋਂ ਹੀ ਕਦੇ ਮਾਈਨਿੰਗ ਦਾ ਕੰਮ, ਕਦੇ ਲੁੱਕ ਦਾ ਕੰਮ, ਕਦੇ ਹੁਣ ਸ਼ਰਾਬ ਦੀ ਫੈਕਟਰੀ ਦਾ ਕੰਮ ਹੋ ਗਿਆ, ਤੇਲ ਦਾ ਕੰਮ ਹੋ ਗਿਆ, ਲੋਕਾਂ ਤੋਂ ਪੈਸੇ ਬਟੋਰਨ ਦਾ ਕੰਮ। ਜਿਹੜਾ ਵੀ ਕੋਈ ਕੰਮ ਕਰਦੇ ਨੇ ਉਹਨਾਂ ਤੋਂ ਪੈਸੇ ਵਗੈਰਾ ਕੰਮ ਨਹੀਂ ਕਰਦਾ। ਉਹ ਕਹਿ ਰਹੇ ਨੇ ਕਿ ਹੱਥ ਤਾਂ ਸਾਡਾ ਕੋਈ ਨਹੀਂ ਫੈਕਟਰੀ ਦੇ ਵਿੱਚ, ਸਾਨੂੰ ਐਕਸਾਈਜ਼ ਮਹਿਕਮੇ ਵੱਲੋਂ ਫਸਾਇਆ ਜਾ ਰਿਹਾ ਹੈ। ਜਦੋਂ ਸਾਡੇ ਵੱਲੋਂ ਪੁੱਛੇ ਗਿਆ ਕਿ ਐਕਸਾਈਜ਼ ਮਹਿਕਮੇ ਵੱਲੋਂ ਤੁਹਾਨੂੰ ਕਿਉਂ ਫਸਾਇਆ ਜਾ ਰਿਹਾ ਹੈ, ਤਾਂ ਉਹ ਕਹਿੰਦੇ ਕਿ ਅਸੀਂ ਇਹਨਾਂ ਦੇ ਖਿਲਾਫ ਬੋਲਦੇ ਹਾਂ। ਅਕਾਲੀ ਦਲ ਹੋ ਗਿਆ ਤੇ ਮਹਿਕਮੇ ਦੇ ਕੰਮ ਹੋ ਗਏ, ਅਸੀਂ ਇਹਨਾਂ ਦੇ ਖਿਲਾਫ ਬੋਲਦੇ ਹਾਂ। ਇਸ ਕਰਕੇ ਇਹ ਮਿਲ ਕੇ ਸਾਡੇ ਨਾਲ ਖੇਡ ਰਹੇ ਨੇ ਤੇ ਸਾਨੂੰ ਫਸਾ ਰਹੇ ਨੇ, ਕਿਉਂਕਿ ਅਸੀਂ ਹਲਕੇ 'ਚ ਵਿਚਰਦੇ ਹਾਂ। 35,000 ਦੀ ਸਾਡੀ ਲੀਡ ਸੀ ਜੋ ਇਹ ਇਹਨਾਂ ਤੋਂ ਜਰੀ ਨਹੀਂ ਜਾਂਦੀ, ਇਸ ਕਰਕੇ ਸਾਨੂੰ ਫਸਾ ਰਹੇ ਨੇ। ਇਹ ਮੈਂ ਹੈਰਾਨ ਹੁੰਨੀ ਆ, ਸਰਕਾਰ ਇਹਨਾਂ ਦੀ ਹੋਵੇ, ਐਕਸਾਈਜ਼ ਮਹਿਕਮਾ ਇਹਨਾਂ ਦਾ ਹੋਵੇ, ਇਹ ਕਿਵੇਂ ਕਹਿੰਦਾ ਵੀ ਮੇਰਾ ਕਹਿਣਾ ਨਹੀਂ ਮੰਨਦੇ ਹੈਗੇ ਜਾਂ ਮੈਨੂੰ ਫਸਾ ਰਹੇ ਨੇ। ਇਹ ਬਿਲਕੁਲ ਝੂਠ ਬੋਲਦਾ। ਕਦੇ SSP ਸਾਹਿਬ ਨੂੰ ਕਹਿ ਦਿੰਦਾ ਵੀ ਮੇਰਾ ਉਹ ਕਹਿਣਾ ਨਹੀਂ ਮੰਨਦਾ ਹੈਗਾ, ਕਦੇ ਕਹਿ ਦਿੰਦਾ DSP ਮੇਰਾ ਨਹੀਂ ਕਹਿਣਾ ਮੰਨਦਾ। ਇਹ ਕੋਈ ਗੱਲਾਂ ਨੇ, ਹਾਸੋਹੀਣ ਗੱਲਾਂ ਨੇ। ਇਹ ਲੋਕਾਂ ਨੂੰ ਬੁੱਧੂ ਬਣਾਉਣਾ ਚਾਹੁੰਦਾ ਕਿ ਮੇਰੇ ਨਾਲ ਕੋਈ ਹੈ ਨਹੀਂ। ਇਹ ਸਾਰਾ ਕੁਛ ਹੈ, ਜਿੰਨਾ ਪ੍ਰਸ਼ਾਸਨ ਹੈ ਇਹਦੇ ਨਾਲ ਲੱਗਿਆ ਹੋਇਆ। ਔਰ ਐਕਸਾਈਜ਼ ਮਹਿਕਮੇ ਨੂੰ ਕੀ ਲੈਣਾ ਅਮਰੀਕ ਸਿੰਘ ਤੋਂ? ਅਮਰੀਕ ਸਿੰਘ ਇੱਕ ਆਮ ਬੰਦਾ ਹੈ, ਉਹ ਕੋਈ ਬਿਜ਼ਨਸਮੈਨ ਥੋੜ੍ਹਾ ਜਾਂ ਕੋਈ ਬਹੁਤ ਵੱਡਾ ਠੇਕੇਦਾਰ ਹੈ ਜਿਹੜਾ ਉਹਨਾਂ ਨੇ ਐਕਸਾਈਜ਼ ਵਾਲੇ ਨੂੰ ਤੰਗ ਕਰ ਰਹੇ ਨੇ। ਉਹ ਤਾਂ ਇੱਕ ਆਮ ਇਨਸਾਨ ਹੈ। ਪਰ ਅੱਜ ਉਹ ਵੇਚ ਕੇ ਸ਼ਰਾਬ MLA ਸਾਹਿਬ ਦੇ ਸਿਰ 'ਤੇ, ਭਾਵੇਂ ਉਹਨੇ ਫੈਕਟਰੀ ਲਾ ਲਈ ਹੈ, ਪਾਈਪਾਂ ਦੀ ਫੈਕਟਰੀ ਲਾ ਲਈ, ਇੰਟਰਲੋਕ ਟਾਇਲ ਦੀ ਫੈਕਟਰੀ ਲਾ ਲਈ ਹੈ, ਤੇ ਜਿਹੜਾ ਇੱਕ ਛੋਟਾ ਜਿਹਾ ਘਰ ਸੀ ਉਹਨੂੰ ਐਡਾ ਵੱਡਾ ਘਰ ਬਣਾ ਲਿਆ। ਇਹ ਸਾਰਾ ਕੰਮ MLA ਸਾਹਿਬ ਦੇ ਸਿਰ 'ਤੇ ਹੋ ਰਿਹਾ। ਅੱਜ ਭਾਵੇਂ MLA ਸਾਹਿਬ ਜੋ ਮਰਜ਼ੀ ਕਹੀ ਜਾਵੇ ਕਿ ਮੇਰਾ ਹੱਥ ਨਹੀਂ ਹੈਗਾ, ਕਿਉਂਕਿ ਹੱਥ ਉਹਦਾ ਪੱਕਾ ਹੈ, ਬਿਲਕੁਲ ਉਹਦੇ ਬਗੈਰ ਕੋਈ ਕੰਮ ਨਹੀਂ ਕਰ ਸਕਦੇ। ਔਰ ਸਰਕਾਰ ਹੈ ਜਿਹੜੀ, ਪ੍ਰਸ਼ਾਸਨ ਹੈ ਜਿਹੜਾ, ਉਹ ਸ਼ਰੇਆਮ ਕਹਿ ਰਿਹਾ ਕਿ ਅਮਰੀਕ ਸਿੰਘ ਦੀ ਫੈਕਟਰੀ ਹੈ। ਔਰ ਫੈਕਟਰੀ ਜਿਹੜੀ ਹੈਗੀ ਆ ਇਹ ਅੱਜ ਦੀ ਨਹੀਂ ਲੱਗੀ ਹੋਈ ਹੈਗੀ, ਇਹਨੂੰ 2.5-3 ਸਾਲ ਹੋ ਗਏ ਨੇ ਚੱਲਦੀ ਨੂੰ। ਨਜਾਇਜ਼ ਫੈਕਟਰੀ, ਸ਼ਰਾਬ ਦੀ ਫੈਕਟਰੀ ਜਿਹੜੀ ਇਹ ਚੱਲ ਰਹੀ ਹੈ। ਇਹ ਇੱਕ ਕੰਮ ਥੋੜ੍ਹਾ, ਸਾਰੇ ਕੰਮ ਕਰ ਰਹੇ ਨੇ। ਉਹ ਕਹਿ ਰਹੇ ਨੇ ਇਸ ਤੋਂ ਪਹਿਲਾਂ ਵੀ ਮੈਂ 7 ਸਾਲ ਕੇਸ ਭੁਗਤੇ, ਮੈਨੂੰ ਅਕਾਲੀ ਦਲ ਵੱਲੋਂ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਸੀ। ਉਹ ਅਸਲ ਕਹਾਣੀ ਕੀ ਹੈ? ਜਦੋਂ ਪਹਿਲਾਂ MC ਦੀਆਂ ਚੋਣਾਂ ਹੋਈਆਂ ਸੀ ਉਸ ਸਮੇਂ ਇੱਕ 4500 ਵੋਟਾਂ ਦਾ ਜਿਹੜਾ ਘਨੌਰ ਹਲਕਾ ਹੈ, ਛੋਟਾ ਜਿਹਾ ਹਲਕਾ ਜਿਹੜਾ ਘਨੌਰ ਮਤਲਬ ਸ਼ਹਿਰ ਹੈ, ਉੱਥੇ 4500 5000 ਵੋਟ ਹੈ।
ਜਦੋਂ ਉੱਥੇ ਵੋਟਾਂ ਪੈ ਰਹੀਆਂ ਸੀ, ਬੜੀ ਸ਼ਾਂਤਮਈ ਤਰੀਕੇ ਨਾਲ ਵੋਟਾਂ ਪੈ ਰਹੀਆਂ ਸੀ, ਇਹਨਾਂ ਨੇ ਕੀ ਕੀਤਾ, ਇਹਨਾਂ ਦੇ ਨਾਲ 3-4 ਐਮਐਲਏ, ਚੰਨੀ ਐਮਐਲਏ ਔਰ ਧਰਮਸੋਤ ਤੇ ਇੱਕ ਇਹ ਆਪ ਸੀ, 1-2 ਹੋਰ ਐਮਐਲਏ ਸੀ, ਮੇਰੇ ਦਿਮਾਗ 'ਚ ਨਹੀਂ। ਮੈਂ ਉੱਥੇ ਖੜੀ ਸੀ ਜਦੋਂ ਇਹ ਉੱਥੇ ਆਏ, ਇਹਨਾਂ ਨੇ ਆ ਕੇ ਉੱਥੇ ਹੱਲਾ ਬੋਲਤਾ। ਜਦੋਂ ਹੱਲਾ ਬੋਲਿਆ, ਜਾ ਕੇ ਜਿਹੜੇ ਬੰਦੇ ਉੱਥੇ ਵੋਟਾਂ ਪਾ ਰਹੇ ਸੀ ਉਹਨਾਂ ਨੂੰ ਧੱਕੇ ਮਾਰੇ। ਤੇ ਉਸ ਤੋਂ ਬਾਅਦ ਐਸਐਸਪੀ ਜਦੋਂ ਗਿੱਲ ਸਾਹਿਬ ਸੀ, ਉਹਨਾਂ ਨੇ ਬੜਾ ਸਮਝਾਇਆ ਕਿ ਤੁਸੀਂ ਇਹ ਪੁੱਠੇ ਕੰਮ ਨਾ ਕਰੋ, ਨਾ ਕਰੋ, ਪਰ ਇਹ ਹਟੇ ਨਹੀਂ ਹੈਗੇ। ਫਿਰ ਇਹਨਾਂ ਨੂੰ ਜਿਹੜਾ ਇਹਨੇ ਜਾ ਕੇ ASI ਸੀ ਜਸਪਾਲ ਸਿੰਘ, ਉਹਦੀ ਵਰਦੀ ਪਾੜਤੀ। ਉਹਦੀ ਵਰਦੀ ਪਾੜਨ ਕਰਕੇ ਇਹਦੇ ਉੱਤੇ ਕੇਸ ਦਰਜ ਹੋਇਆ ਸੀ। ਇਸ ਕਰਕੇ ਇਹ ਜਿਹੜਾ 7 ਸਾਲ ਸੀ ਕੇਸ ਚੱਲਿਆ ਸੀ, ਇਹ ਆਪਦੇ ਲੱਛਣਾਂ ਨਾਲ ਇਹ ਕੰਮ ਕਰਦਾ, ਕਿਉਂਕਿ ਇਹਨੂੰ ਪਤਾ, ਇਹਨੂੰ ਇਹ ਤਾਂ ਹੈ ਉਹ ਨਹੀਂ ਪਤਾ ਵੀ ਮੈਂ MLA ਆ ਜਾਂ ਮੈਂ ਕਿਸ ਤਰ੍ਹਾਂ ਹੈਗਾ, ਇਹਨੂੰ ਆਪਣੇ ਆਪ ਦਾ ਕੁਝ ਨਹੀਂ ਪਤਾ। ਇਹ ਤਾਂ ਇੱਕ ਅਨਪੜ੍ਹ ਵਾਲੀਆਂ ਗੱਲਾਂ ਕਰਦਾ ਹੈ। ਤੁਸੀਂ ਕਿਹਾ ਜਦੋਂ ASI ਦੀ ਵਰਦੀ ਪਾੜੀ ਗਈ ਘਨੌਰ 'ਚ, ਉਦੋਂ ਤਾਂ ਸਾਧੂ ਸਿੰਘ ਧਰਮਸੋਤ ਤੇ ਚੰਨੀ ਜੋ ਕੈਬਨਿਟ ਮੰਤਰੀ ਹੈ ਉਹ ਨਾਲ ਸੀ? ਬਿਲਕੁਲ ਨਾਲ ਸੀ ਉਹ ਇੱਥੇ ਹਲਕੇ 'ਚ ਉਦੋਂ ਉੱਥੇ ਮੌਜੂਦ ਸੀ? ਉਹ ਬਿਲਕੁਲ ਮੌਜੂਦ ਸੀ, ਮੈਂ ਆਪਣੀ ਅੱਖਾਂ ਨਾਲ ਦੇਖੇ ਸੀ। ਮੈਂ ਕਿਸੇ 'ਤੇ ਵਿਸ਼ਵਾਸ ਨਹੀਂ ਕਰਦੀ, ਮੈਂ ਆਪਣੀਆਂ ਅੱਖਾਂ ਨਾਲ ਦੇਖੇ ਸੀ। ਇੱਕ MLA ਹੋਰ ਵੀ ਸੀ, ਜਦ 3-4 ਜਣੇ ਸੀ। ਇਹ 4500 ਵੋਟ ਪਿੱਛੇ ਇੰਨਾ ਇਕੱਠ ਕਰਕੇ ਉੱਥੇ ਆਏ ਨੇ, ਗੁੰਡਾਗਰਦੀ ਕਰਨ ਵਾਸਤੇ ਆਏ ਸੀ, ਹੋਰ ਕੀ ਕਰਨ ਆਏ ਸੀ ਉੱਥੇ ਇਹ? ਜਿਹੜਾ ਇਹ ਕਹਿ ਰਹੇ ਨੇ ਵਿਧਾਇਕ ਕਿ ਉਹ ਕੋਲਡ ਸਟੋਰ BJP ਦਾ, ਇਹ ਉਹ ਗੱਲ ਹੁਣ ਕਲੀਅਰ ਹੈ ਕਿ ਤੁਹਾਡੇ ਵੱਲੋਂ ਕਿ ਉਹ ਗੰਡਿਆਂ ਦੇ ਵਿਜੇ ਸਿੰਘ ਦਾ, ਜੋ ਕਿ ਕਾਂਗਰਸਾਈ ਵਰਕਰ ਹੈ? ਬਿਲਕੁਲ ਸਹੀ ਗੱਲ ਹੈ। ਹੁਣ ਭਾਵੇਂ ਆਪਣੇ ਆਪ ਨੂੰ ਬਚਾਉਣ ਦਾ ਮਾਰਾ ਕਰੀ ਜਾਵੇ ਵੀ ਇਹ BJP ਦਾ, ਇਹ ਅਕਾਲੀ ਦਲ ਦਾ ਜਾਂ ਕਿਸੇ ਦਾ, ਇਹ ਵਿਜੇ ਸਿੰਘ ਦਾ ਕੋਲਡ ਸਟੋਰ ਸੀ। ਪਿਛੋਕੜ ਵੀ ਜਿਹੜਾ ਉਹਦਾ ਹੈਗਾ ਉਹ ਕਾਂਗਰਸੀ ਆ, ਉਹ ਕਾਂਗਰਸੀ ਬੰਦਾ ਹੈ। ਅੱਜ ਵੀ ਚਾਹੇ ਜਾ ਕੇ ਦੇਖ ਲਓ, ਉਹ ਰਾਜਪੁਰੇ ਕਿਸੇ ਕਲੋਨੀ ਵਿੱਚ ਰਹਿ ਰਿਹਾ, ਉੱਥੇ ਉਹ ਰਹਿ ਰਿਹਾ, ਉਹਨੂੰ ਕਿਰਾਏ 'ਤੇ ਦਿੱਤੇ ਨੂੰ ਕਾਫੀ ਸਮਾਂ ਹੋ ਗਿਆ। ਤੇ ਇੱਕ ਹੋਰ ਵਿਧਾਇਕ ਦਾ ਕਹਿਣਾ ਹੈ ਕਿ ਬੀਬੀ ਜੀ ਨੂੰ ਕੁਝ ਲੋਕ ਵਰਤ ਰਹੇ ਨੇ, ਉਹਨਾਂ ਨੇ ਨਾਮ ਤਾਂ ਨਹੀਂ ਮੈਂਸ਼ਨ ਕੀਤਾ, ਅਜੇ ਇੱਦਾਂ ਹੀ ਕਿਹਾ ਕਿ ਕੁਝ ਲੋਕ ਵਰਤ ਰਹੇ ਨੇ ਜਿੱਦਾਂ ਬੀਬੀ ਜੀ ਨੂੰ ਅਜੇ ਗਿਆਨ ਨਹੀਂ ਹੈਗਾ, ਉਹ ਇਹਨਾਂ ਦੀ ਥਾਂ ਲੈਣਾ ਚਾਹੁੰਦੇ ਨੇ। ਇਸ ਬਾਰੇ ਤੁਸੀਂ ਕੀ ਕਹੋਗੇ? ਬੀਬੀ ਜੀ ਐਡੀ ਕਮਲੀ ਨਹੀਂ ਹੈਗੀ ਕਿ ਜਿਹੜਾ ਬੀਬੀ ਜੀ ਨੂੰ ਕੋਈ ਵਰਤੂਗਾ। ਮੈਂ ਇੱਕ ਗੱਲ ਪੁੱਛਾਂ ਵੀ ਬੀਬੀ ਜੀ ਦੀ ਟਿਕਟ ਦਾ ਤਾਂ MLA ਨੂੰ ਫਿਕਰ ਪੈ ਗਿਆ, ਤੇ ਮੈਂ ਇੱਕ ਗੱਲ ਕਹਾਂ ਵੀ ਉਹ ਆਪਦੀ ਟਿਕਟ ਦਾ ਤਾਂ ਫਿਕਰ ਕਰ ਲਵੇ। ਜਿਹੜੇ ਬੰਦੇ ਇਹੋ ਜਿਹੇ 2 ਨੰਬਰ ਦੇ ਕੰਮ ਕਰਦੇ ਹੋਣ, ਨਜਾਇਜ਼ ਫੈਕਟਰੀਆਂ ਲਵਾਉਂਦੇ ਹੋਣ, ਕੀ ਮਹਾਰਾਜਾ ਸਾਹਿਬ ਉਹਨੂੰ ਟਿਕਟ ਦੇਣਗੇ ਦੁਬਾਰਾ? ਮੈਂ ਤਾਂ ਇਹੀ ਕਹਿੰਦੀ ਹਾਂ, ਉਹ ਆਪਣੀ ਟਿਕਟ ਦਾ ਫਿਕਰ ਕਰੇ, ਆਪਣਾ ਧਿਆਨ ਰੱਖੇ ਕਿ ਮੈਨੂੰ ਟਿਕਟ ਅੱਗੇ ਨੂੰ ਮਿਲੂਗੀ ਕਿ ਨਹੀਂ ਮਿਲੂਗੀ। ਮੇਰਾ ਧਿਆਨ ਕਰਨ ਦੀ ਉਹਨੂੰ ਲੋੜ ਨਹੀਂ ਹੈਗੀ। ਮੈਂ ਤਾਂ ਹਮੇਸ਼ਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਹੈ। ਇਹ ਸਾਡਾ ਸਾਰਾ ਪਰਿਵਾਰ, ਮੁੱਖ ਮੇਲਪੁਰਾ ਪਰਿਵਾਰ, ਉਹਨਾਂ ਦੇ ਨਾਲ ਆ, ਉਹਨਾਂ ਦੀ ਪਿੱਠ 'ਤੇ ਖੜ੍ਹੇ ਹਾਂ, ਹਰ ਸਮੇਂ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜ੍ਹੇ ਹਾਂ। ਜਿਵੇਂ ਉਹ ਮਹਾਰਾਜਾ ਅਮਰਿੰਦਰ ਸਿੰਘ ਨੂੰ ਅੱਜ ਬਦਨਾਮੀ ਦਵਾ ਰਿਹਾ, ਅਸੀਂ ਇਹ ਬਦਨਾਮੀਆਂ ਕਦੇ ਵੀ ਜ਼ਿੰਦਗੀ ਵਿੱਚ ਬਾਦਲ ਪਰਿਵਾਰ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਦਵਾਵਾਂਗੇ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਹੀ ਚਿੱਟਾ ਵੇਚਦਾ, ਉਹੀ ਗਲਤ ਕੰਮ ਕਰਦੇ ਨੇ, ਇਹਨਾਂ ਦਾ ਸਰਗਨਾ ਵਿਕਰਮ ਸਿੰਘ ਮਜੀਠੀਆ। ਇਸ ਬਾਰੇ ਤੁਸੀਂ? ਮੈਂ ਹੈਰਾਨ ਹੋ ਗਈ ਇਸ ਗੱਲਾਂ ਤੋਂ ਕਿ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ ਇਹ। ਜਦੋਂ ਦਿੱਲੀ ਦਾ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਮਜੀਠੀਆ ਸਾਹਿਬ ਤੋਂ ਲਿਖਤੀ ਮਾਫੀ ਮੰਗੀ ਸੀ ਕਿ ਇਹ ਬੰਦਾ ਇਹੋ ਜਿਹਾ ਕੰਮ ਨਹੀਂ ਕਰਦਾ। ਅੱਜ ਵੀ ਤੁਸੀਂ ਦੇਖੋ, ਲੋਕਡਾਊਨ ਦੇ ਵਿੱਚ ਆਪਣੀ ਜਾਨ ਨੂੰ ਮੂਹਰੇ ਰੱਖ ਕੇ ਪਿੰਡਾਂ ਦੇ ਵਿੱਚ ਸੈਨੀਟਾਈਜ਼ ਕਰਾ ਰਿਹਾ ਹੈ, ਲੋਕਾਂ ਦੇ ਵਿੱਚ ਜਾ ਕੇ ਕਿ ਜਿੱਥੇ ਕਿਤੇ ਰਾਸ਼ਨ ਨਹੀਂ ਹੈਗਾ ਉੱਥੇ ਰਾਸ਼ਨ ਦਵਾ ਰਿਹਾ, ਔਰ ਸਭ ਤੋਂ ਅੱਗੇ ਹੋ ਕੇ ਕੰਮ ਕਰ ਰਿਹਾ। ਅੱਜ ਇਹਨਾਂ ਨੂੰ ਕਿਉਂ ਤਕਲੀਫ ਹੋ ਰਹੀ ਹੈ? ਕਿਉਂਕਿ ਉਹ ਸੱਚਾਈ ਸਭ ਦੇ ਸਾਹਮਣੇ ਰੱਖਦੇ ਨੇ। ਇਸ ਕਰਕੇ ਇਹਨੂੰ ਮਦਨ ਲਾਲ ਜਲਾਲਪੁਰ ਨੂੰ ਦੁੱਖ ਹੋ ਰਿਹਾ, ਔਰ ਝੂਠੀਆਂ ਗੱਲਾਂ ਲਾ ਰਿਹਾ ਕਿ ਮਜੀਠੀਆ ਪਰਿਵਾਰ ਕਿਤੇ ਛੋਟਾ ਮੋਟਾ ਪਰਿਵਾਰ ਹੈ ਜਿਹੜਾ ਉਹ ਚਿੱਟੇ ਵੇਚੂਗਾ ਜਾਂ ਉਹ ਨਸ਼ੇ ਵੇਚੂਗਾ। ਉਹ ਇੱਕ ਬਹੁਤ ਵੱਡਾ ਗਿਣਿਆ ਮਿਣਿਆ ਪਰਿਵਾਰ ਹੈ। ਉਹਨਾਂ ਕੋਲ ਕਿਸ ਚੀਜ਼ ਦੀ ਕਮੀ ਹੈ? ਉਹ ਇਹਦੇ ਵਰਗਾ ਨਹੀਂ ਹੈਗਾ ਕਿ ਲੋਕਾਂ ਤੋਂ ਲੁੱਟ ਕੇ, ਜਦੋਂ ਪਹਿਲਾਂ MLA ਬਣਿਆ ਸੀ ਜਦ ਕੋਠੀ ਬਣਾ ਲਈ ਸੀ, ਤੇ ਹੁਣ ਜਦੋਂ ਜਿੱਤ ਗਿਆ ਤਾਂ ਹੁਣ ਐਡਾ ਵੱਡਾ ਮਹਿਲ ਪਾ ਲਿਆ। ਇਹ ਆਪਣੀਆਂ ਗੱਲਾਂ ਨੂੰ ਆਪ ਧਿਆਨ ਦੇਖਣਾ ਚਾਹੀਦਾ, ਆਪਣੇ ਗਰੇਵਾਨ ਦੇ ਵਿੱਚ ਮੂੰਹ ਪਾ ਕੇ ਦੇਖਣਾ ਚਾਹੀਦਾ ਕਿ ਮੇਰੀ ਔਕਾਤ ਔਰ ਮਜੀਠੀਆ ਸਾਹਿਬ ਦੀ ਔਕਾਤ ਕਿੱਥੇ ਹੈ। ਜਿਹੜੀ ਸਿੱਟ ਬਣਾਈ ਗਈ ਹੈ ਪੜਤਾਲ ਕਰਨ ਲਈ, ਉਹ ਸਿੱਟ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਸਿੱਟ ਜ਼ਰੂਰ ਬਣਾਈ ਹੈ, ਪਰ ਪੰਜਾਬ ਪੁਲਿਸ ਦੀ ਹੈ, ਇਹਨਾਂ ਦੀ ਸਰਕਾਰ ਹੈ। ਸਿੱਟ ਨੇ ਵੀ ਜੋ ਇਹਨਾਂ ਨੇ ਕਹਿਣਾ ਉਹੀ ਕਰਨਾ, ਪਰ ਮੈਂ ਤਾਂ
ਮੁੱਖ ਮੰਤਰੀ ਤੋਂ ਮੰਗ ਕਰਦੀ ਹਾਂ ਵੀ ਜਾਂ ਤਾਂ ਇਹ ਸੀਬੀਆਈ ਤੋਂ ਜਾਂਚ ਹੋਵੇ ਜਾਂ ਫਿਰ ਇਹ ਕਿਸੇ ਹਾਈ ਕੋਰਟ ਤੋਂ ਵਧੀਆ ਜੱਜ ਜਿਹੜਾ ਸਿਆਣਾ ਜੱਜ ਹੋਵੇ ਉਸ ਤੋਂ ਜਾਂਚ ਹੋਵੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ। ਨਹੀਂ ਇਹ ਆਪ ਲਿਖ ਕੇ ਦੇਵੇ, ਜਦ ਇਹਦਾ ਹੈ ਉਹ ਨਹੀਂ ਹੱਥੇ ਹੀ ਨਹੀਂ ਹੈਗਾ ਫੈਕਟਰੀ ਦੇ ਵਿੱਚ, ਇਹ ਲਿਖ ਕੇ ਦੇਵੇ ਵੀ ਦੇਖੋ ਜੀ ਆਹ ਜਾਂਚ ਹੈ, ਇਹ ਤੁਸੀਂ ਸੀਬੀਆਈ ਤੋਂ ਕਰਾਓ। ਇਹ ਕਿਉਂ ਨਹੀਂ ਲਿਖ ਕੇ ਦਿੰਦਾ? ਝੂਠੀਆਂ ਗੱਲਾਂ ਕਰੀ ਜਾਂਦਾ, ਐਸਐਸਪੀ ਫਲਾਣਾ ਢਿਮਕਾ ਫਲਾਣਾ, ਇਹ ਗੱਲਾਂ ਸਭ ਝੂਠੀਆਂ ਨੇ। ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਅੱਜ ਵੀ ਲਿਖਾ ਲਓ, ਕੱਲ ਵੀ ਲਿਖਾ ਲਓ, ਮੇਰੇ ਤੋਂ ਲੋਕਾਂ ਤੋਂ ਪੁੱਛ ਲਓ ਕਿ ਕਿਹਦਾ ਹੱਥ ਹੈ। ਜਿਹੜਾ ਅਨਪੜ੍ਹ ਬੰਦਾ ਨਾ ਉਹ ਵੀ ਕਹਿੰਦਾ ਇਸ ਐਮਐਲਏ ਦਾ ਹੱਥ ਹੈ ਇਸ ਫੈਕਟਰੀ ਦੇ ਵਿੱਚ। ਜਿਨ੍ਹਾਂ ਲੋਕਾਂ ਦੇ ਕੇਸ ਦਰਜ ਕੀਤਾ ਗਿਆ ਉਹਨਾਂ 'ਚੋਂ ਗ੍ਰਿਫਤਾਰੀ ਅਜੇ ਕਿਸੇ ਦੀ ਹੋਈ ਹੈ? ਗ੍ਰਿਫਤਾਰੀ ਹਜੇ ਕੋਈ ਨਹੀਂ ਹੋਈ, ਮੈਨੂੰ ਨਹੀਂ ਲੱਗਦਾ ਵੀ ਗ੍ਰਿਫਤਾਰੀ ਹੋਈ। ਮੈਂ ਐਸਐਸਪੀ ਸਾਹਿਬ ਨੂੰ ਪੁੱਛਿਆ ਵੀ ਸੀ ਕਿ ਕੋਈ ਗ੍ਰਿਫਤਾਰੀ ਹੋਈ ਹੈ, ਪਰ ਮੈਨੂੰ ਪਤਾ ਲੱਗਿਆ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਜੇ ਗ੍ਰਿਫਤਾਰੀ ਨਹੀਂ ਕਰਨਗੇ ਅਸੀਂ ਭਾਵੇਂ ਧਰਨੇ ਦਈਏ, ਭਾਵੇਂ ਕੁਝ ਵੀ ਕਰੀਏ, ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਾ ਕੇ ਛੱਡਾਂਗੇ। ਇਸ ਤਰ੍ਹਾਂ ਨਹੀਂ ਅਸੀਂ ਇਹਨਾਂ ਨੂੰ ਜਾਣ ਦਿੰਦੇ, ਇਹਨਾਂ ਦੀ ਪੂਰੀ ਇਨਕੁਆਇਰੀ ਕਰਾਵਾਂਗੇ। ਔਰ ਮੈਂ ਫਿਰ ਐਮਐਲਏ ਸਾਹਿਬ ਨੂੰ ਕਹਿੰਦੀ ਹਾਂ ਕਿ ਮੇਰੀ ਟਿਕਟ ਦਾ ਫਿਕਰ ਨਾ ਕਰੋ, ਆਪਣੀ ਟਿਕਟ ਦਾ ਧਿਆਨ ਕਰੋ। ਮੈਂ ਆਪਣੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਦਾਗ ਨਹੀਂ ਲੱਗਣ ਦਊਂਗੀ। ਜਿਵੇਂ ਤੁਸੀਂ ਮਹਾਰਾਜਾ ਅਮਰਿੰਦਰ ਸਿੰਘ ਨੂੰ, ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਅੱਜ ਐਡਾ ਵੱਡਾ ਦਾਗ ਲਵਾ ਕੇ ਰੱਖ ਦਿੱਤਾ। ਤੁਸੀਂ ਕਾਰਨ ਕੀ ਮੰਨਦੇ ਹੋ ਕਿ ਜਿਹੜੀ ਗ੍ਰਿਫਤਾਰੀ ਨਹੀਂ ਹੁਣ ਤੱਕ ਗ੍ਰਿਫਤਾਰੀ ਨਹੀਂ ਕੋਈ ਹੋਈ? ਇਸ ਦੇ ਪਿੱਛੇ ਕਾਰਨ ਕੀ ਨੇ? ਦੇਖੋ ਕਾਰਨ ਤਾਂ ਇਹੀ ਆ ਵੀ ਕੀ ਪਤਾ ਹੋ ਸਕਦਾ ਇਹਨਾਂ ਦਾ ਕੋਈ ਦਬਾਅ ਹੋਵੇ, ਪਰ ਗ੍ਰਿਫਤਾਰੀ ਤਾਂ ਕਰਨੀ ਪੈਣੀ ਹੈ ਇਹਨਾਂ ਨੂੰ। ਇਹ ਤਾਂ ਹੈ ਨਹੀਂ ਵੀ ਨਹੀਂ ਗ੍ਰਿਫਤਾਰੀ ਹੋਊਗੀ, ਕਰਨੀ ਪੈਣੀ ਹੈ ਇਹਨਾਂ ਨੂੰ। ਇਹ ਸੱਚਾਈ ਜ਼ਰੂਰ ਸਾਹਮਣੇ ਆਊਗੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਅਕਾਲੀ ਦਲ ਦੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਜਿਨ੍ਹਾਂ ਨੇ ਤੁਹਾਨੂੰ ਬੜੇ ਵਿਸਥਾਰ ਨਾਲ ਇਸ ਕੇਸ ਬਾਰੇ ਜਾਣਕਾਰੀ ਦਿੱਤੀ। ਸ਼ੁਕਰੀਆ।